ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਮੇਰਾ ਪਹਿਲਾ ਸੱਦਾ ਹੈ ਇੱਕ ਉੱਗੇ ਸਿੱਖ ਚਿੰਤਕ, ਵਿਦਵਾਨ ਅਤੇ ਸੰਤ ਸਿਪਾਹੀ ਰਿਸਾਲੇ ਦੇ ਐਡੀਟਰ ਸਰਦਾਰ ਗੁਰਚਰਨਜੀਤ ਸਿੰਘ ਲਾਂਬਾ ਜੀ ਨੂੰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਆਪ ਦਾ ਬਹੁਤ ਬਹੁਤ ਧੰਨਵਾਦੀ ਹਾਂ ਕਿ ਵਤਨ ਤੋਂ ਇਤਨੀ ਦੂਰ ਬੈਠਿਆਂ ਆਪਨੇ ਮੈਨੂੰ ਇਸ ਲਾਇਕ ਸਮਝਿਆ ਔਰ ਮੌਕਾ ਦਿੱਤਾ ਹੈ ਕਿ ਮੈਂ ਤੁਹਾਡੇ ਨਾਲ ਜੁੜ ਸਕਾਂ। ਅੱਜ ਦਾ ਜਿਹੜਾ ਤੁਸੀਂ ਵਿਸ਼ਾ ਲਿਆ ਹੈ ਸਿੰਘ ਸਭਾ ਲਹਿਰ ਔਰ ਉਸ ਦਾ ਇਤਿਹਾਸ, ਉਹਦੀ ਅੱਜ ਦੇ ਸਮੇਂ ਵਿੱਚ ਉਹਦੀ ਕੀ ਅਹਿਮੀਅਤ ਹੈ। ਦਰਅਸਲ ਜੇਕਰ ਤੁਸੀਂ ਦੇਖੋ, ਥੋੜਾ ਜਿਹਾ ਇਤਿਹਾਸ ਦੇ ਉੱਤੇ ਝਾਤ ਮਾਰੀਏ, ਇਤਿਹਾਸ ਦੀ ਲੋੜ ਕੀ ਹੁੰਦੀ ਹੈ। ਕਿਹਾ ਗਿਆ ਹੈ ਕਿ ਜੇ ਤੁਸੀਂ ਆਪਣੇ ਭਵਿੱਖ ਨੂੰ ਕਾਬੂ ਕਰਨਾ ਹੈ ਤਾਂ ਆਪਣੇ ਮਾਜ਼ੀ, ਆਪਣੇ ਪਾਸਟ ਨੂੰ ਕੰਟਰੋਲ ਕਰੋ। ਅਗਰ ਜੇ ਪਿਛਲਾ ਇਤਿਹਾਸ ਸਾਨੂੰ ਸਮਝ ਆ ਜਾਏਗਾ ਤਾਂ ਸਾਨੂੰ ਮੌਜੂਦਾ ਔਰ ਅੱਗੇ ਚੱਲਣ ਵਿੱਚ ਆਸਾਨੀ ਹੋਏਗੀ। ਮੈਂ ਵਿਸਥਾਰ ਵਿੱਚ ਨਹੀਂ ਜਾਵਾਂਗਾ, ਸਿਰਫ ਇੱਕ ਹਵਾਲਾ ਇਤਿਹਾਸ ਦੇ ਵਿੱਚੋਂ ਦੇਣਾ ਚਾਹਾਂਗਾ ਕਿ ਜਿਸ ਵੇਲੇ ਸੁਬੇਗ ਸਿੰਘ, ਸ਼ਾਹਬਾਜ਼ ਸਿੰਘ ਉਹਨਾਂ ਸਿੰਘਾਂ ਨੂੰ ਚਰਖੀ ਤੇ ਚੜਾ ਕੇ ਸ਼ਹੀਦ ਕਰਨ ਦਾ ਹੁਕਮ ਦਿੱਤਾ ਤਾਂ ਉਸ ਵੇਲੇ ਹਕੂਮਤ ਵੱਲੋਂ ਕਿਹਾ ਗਿਆ, ਭਾਈ ਸੁਬੇਗ ਸਿੰਘ ਨੂੰ ਤੇਰਾ ਇੱਕ ਬੇਟਾ ਹੈ, ਤੂੰ ਆਪਣੀ ਕੁਲ ਬਚਾ ਲੈ। ਉਸਨੇ ਜਵਾਬ ਦਿੱਤਾ, ਕਹਿਣ ਲੱਗਾ, ਹਮ ਕਾਰਨ ਗੁਰਕੁਲੇ ਗਵਾਈ, ਹਮ ਕੁਲ ਰਾਖੇ ਕੌਣ ਵਡਾਈ। ਸਾਡੀ ਖਾਤਰ ਗੁਰੂ ਸਾਹਿਬ ਨੇ ਆਪਣੀ ਕੁਲ ਖਤਮ ਕਰ ਦਿੱਤੀ, ਅਸੀਂ ਆਪਣੀ ਕੁਲ ਬਚਾ ਲਈਏ, ਇਹਦੇ ਚ ਕਾਹਦੀ ਵਡਿਆਈ ਹੈ। ਦਿੱਲੀ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੂੰ ਜਦੋਂ ਸ਼ਹੀਦ ਕਰਨਾ ਸੀ ਤਾਂ ਉਸ ਵੇਲੇ ਭਾਈ ਦਿਆਲਾ ਜੀ ਨੂੰ ਦੇਗ ਵਿੱਚੋਂ ਬਾਲਣ ਦਾ ਹੁਕਮ ਹੋਇਆ ਤਾਂ ਉਹਨਾਂ ਨੇ ਇੱਕ ਗੱਲ ਕਹੀ, ਕਹਿਣ ਲੱਗੇ, ਔਰ ਉਹਨਾਂ ਨੇ, ਹਕੂਮਤ ਨੇ ਉਹਨਾਂ ਨੂੰ ਡਰਾਉਣ ਲਈ, ਗੁਰੂ ਤੇਗ ਬਹਾਦਰ ਜੀ ਦੇ ਉੱਤੇ ਪ੍ਰਭਾਵ ਪਾਉਣ ਲਈ ਦੋਨਾਂ ਨੂੰ ਆਮੋ ਸਾਹਮਣੇ ਕਰ ਦਿੱਤਾ। ਉਸ ਵੇਲੇ ਇਤਿਹਾਸ ਵਿੱਚ ਜ਼ਿਕਰ ਹੈ ਕਿ ਭਾਈ ਦਿਆਲਾ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ, ਹੇ ਗੁਰੂ ਅਰਜਨ ਦੇਵ ਜੀ, ਹੁਣ ਸਾਹਮਣੇ ਗੁਰੂ ਤੇਗ ਬਹਾਦਰ ਜੀ ਹਨ ਪਰ ਉਹ ਬੇਨਤੀ ਕਰ ਰਹੇ ਹਨ, ਹੇ ਗੁਰੂ ਅਰਜਨ ਦੇਵ ਜੀ, ਇੱਕ ਵਾਰ ਪਹਿਲਾਂ ਵੀ ਤੁਸੀਂ ਜਹਾਂਗੀਰ ਦੀ ਦੇਗ ਚ ਉਬਲੇ ਸੀ, ਅੱਜ ਤੁਸੀਂ ਔਰੰਗਜ਼ੇਬ ਦੀ ਦੇਗ ਚ ਉਬਲ ਜਾਓ। ਉਹ ਪੁਰਾਣਾ ਇਤਿਹਾਸ ਹੈ ਜਿਹੜਾ ਅੱਗੇ ਤੁਰਨ ਲਈ ਸਹਾਇਤਾ ਕਰਦਾ ਹੈ। ਉਹ ਪੈੜਾਂ ਪੈਂਦੀਆਂ ਹਨ, ਉਹਦੇ ਤੇ ਤੁਰਨਾ ਹੈ। ਬਾਕੀ ਰਹਿ ਗਈ ਗੱਲ ਕਿ ਜਿਹੜਾ ਸਿੱਖ ਇਤਿਹਾਸ ਹੈ ਇਹ ਹਮੇਸ਼ਾ ਹੀ ਇਕਸਾਰਤਾ ਨਾਲ ਚੱਲਦਾ ਹੈ। ਹਰ ਵੇਲੇ ਇੱਕ ਸਵਾਲ ਉੱਠਦਾ ਹੈ ਕਿ ਹੁਣ ਕੀ। ਜਦੋਂ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ ਤਾਂ ਉਸ ਵੇਲੇ ਵੀ ਸਿੱਖਾਂ ਦੇ ਮਨ ਵਿੱਚ ਇਹ ਸੀ ਕਿ ਹੁਣ ਕੀ ਬਣੇਗਾ। ਜਦੋਂ ਗੁਰੂ ਤੇਗ ਬਹਾਦਰ ਜੀ ਸ਼ਹੀਦ ਹੋ ਗਏ ਫਿਰ ਸੀ ਕਿ ਹੁਣ ਕੀ ਬਣੇਗਾ। ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੋਤੀ ਜੋਤ ਸਮਾ ਗਏ ਫਿਰ ਉਹੀ ਸਵਾਲ ਸੀ। ਫਿਰ ਜਦੋਂ ਬਾਬਾ ਬੰਦਾ ਬਹਾਦਰ ਚਲੇ ਗਏ ਫਿਰ ਇਹ ਸਵਾਲ ਸੀ। ਸੋ ਇਹ ਸਵਾਲ ਹਰ ਵੇਲੇ ਹਰ ਸਿੱਖ ਦੇ ਦਿਮਾਗ ਵਿੱਚ ਰਹਿੰਦਾ ਹੈ ਕਿ ਹੁਣ ਕੀ ਬਣੇਗਾ। ਪਰ ਹਾਲਾਤ ਕਦੀ ਵੀ ਨਹੀਂ ਬਦਲੇ ਔਰ ਨਾ ਹੀ ਬਦਲਣਗੇ। ਹੁਣ ਇਸ ਬੈਕਗਰਾਉਂਡ ਦੇ ਵਿੱਚ ਅਸੀਂ ਦੇਖੀਏ ਕਿ 1873 ਦੇ ਵਿੱਚ ਜਿਹੜੀ ਲਹਿਰ ਸ਼ੁਰੂ ਕੀਤੀ ਗਈ, ਉਸ ਲਹਿਰ ਦਾ ਅੱਜ ਦੇ ਨਾਲ ਸਾਡਾ ਕੀ ਮਤਲਬ ਹੈ, ਸਾਡਾ ਕੀ ਸਰੋਕਾਰ ਹੈ, ਔਰ ਇਸ ਦਾ ਨਾਮ ਸਿੰਘ ਸਭਾ ਲਹਿਰ ਕਿਉਂ ਰੱਖਿਆ ਗਿਆ। ਗੱਲ ਇਹ ਹੈ ਕਿ ਸਿੱਖ ਲਫ਼ਜ਼ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਵੇਲੇ ਤੋਂ ਚੱਲਿਆ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਸਾ ਰਾਗ ਦੇ ਵਿੱਚ ਇੱਕ ਸ਼ਬਦ ਉਚਾਰਿਆ, ਸਿੱਖ ਸਭਾ ਦੀਖਿਆ ਕਾ ਭਾਉ, ਗੁਰਮੁਖ ਸੁਣਨਾ ਸਾਚਾ ਨਾਉ। ਨਾਨਕ ਆਖੇ ਵੇਰਾ ਵੇਰ, ਇਤ ਰੰਗ ਨਾਚੋ ਰੱਖ ਰੱਖ ਪੈਰ। ਇਹ ਸਿੱਖ ਸਭਾ ਬਣੀ। ਪਰ ਜਦੋਂ ਗੁਰੂ ਸਾਹਿਬ ਨੇ ਸੰਗਤਾਂ ਕਾਇਮ ਕੀਤੀਆਂ ਔਰ ਸੰਗਤਾਂ ਦੇ ਬਾਅਦ ਉਹਨਾਂ ਨੇ ਹੌਲੇ ਹੌਲੇ ਗੁਰਸੰਗਤ ਬਣੀ ਔਰ ਸੰਗਤ ਨੂੰ ਖਾਲਸੇ ਦਾ ਰੂਪ ਦਿੱਤਾ ਗਿਆ। ਗੁਰਸੰਗਤ ਕੀਨੀ ਖਾਲਸਾ, ਸਿੱਖ ਤੋਂ ਸੰਗਤ, ਸੰਗਤ ਤੋਂ ਗੁਰਸੰਗਤ, ਗੁਰਸੰਗਤ ਤੋਂ ਖਾਲਸਾ। ਔਰ ਇਸ ਦੇ ਬਾਰੇ ਕਿਹਾ ਗਿਆ ਕਿ ਪੜ੍ਹ ਕੇ ਤਿਹਾਰੀ ਬਾਣੀ ਸ੍ਰੀ ਮਨ ਗੋਬਿੰਦ ਸਿੰਘ, ਜੀਵਨ ਮੁਕਤ ਜਨ ਹੋਏ ਰਹੇ ਅਗ ਮੇ, ਸਾਧ ਮੇਨ ਸ਼ੇਰਪਨ, शेर मेन साध मन, दो पन देखियत आप ही के मग में,
सिख जे तिहारे सब संगिया में सिंह भयो, समर में सिंह भयो जग में। ਜਿਹੜੇ ਤੇਰੇ ਸਿੱਖ ਸਨ ਉਹ ਨਾਮ ਕਰਕੇ ਵੀ ਸਿੰਘ ਹੋ ਗਏ, ਮੈਦਾਨੇ ਜੰਗ ਵਿੱਚ ਵੀ ਸਿੰਘ ਹੋ ਗਏ, ਔਰ ਦੁਨੀਆ ਵਿੱਚ ਵੀ ਹਰ ਥਾਂ ਦੇ ਉੱਤੇ ਉਹ ਸਿੰਘ ਬਣ ਗਏ। ਸੋ ਹੁਣ ਸਿੱਖ ਤੇ ਸਿੰਘ ਦਾ ਫਰਕ ਮਿਟ ਗਿਆ, ਹੁਣ ਸਿੰਘ ਹੋਣਗੇ। ਇਸ ਕਰਕੇ ਭੁਲੇਖਾ ਨਾ ਰਵੇ ਕਿ ਕੋਈ ਕਵੇ ਜੀ ਮੈਂ ਤਾਂ ਗੁਰੂ ਨਾਨਕ ਦੇਵ ਜੀ ਦਾ ਸਿੱਖ ਹਾਂ, ਮੈਂ ਗੁਰੂ ਅਮਰਦਾਸ ਜੀ ਦਾ ਸਿੱਖ ਹਾਂ, ਮੈਂ ਕਿਸੇ ਹੋਰ ਦਾ ਸਿੱਖ ਹਾਂ। ਹੁਣ ਤਾਂ ਸਿੱਖ ਔਰ ਸਿੰਘ ਦਾ ਭੇਦ ਮਿਟਾ ਦਿੱਤਾ ਗਿਆ। ਰਹਿ ਗਈ ਗੱਲ ਲਹਿਰ ਕਿਸ ਨੂੰ ਕਹਿੰਦੇ ਆ। ਜਦੋਂ ਕੋਈ ਦਰਿਆ ਹੈ ਉਹਦੇ ਵਿੱਚ ਲਹਿਰਾਂ ਉੱਠਦੀਆਂ ਹਨ, ਬਹੁਤ ਲਹਿਰਾਂ ਉੱਠਦੀਆਂ ਹਨ। ਜਿਵੇਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇੱਕ ਹਵਾਲਾ ਦਿੱਤਾ ਹੈ, ਜੈਸੇ ਇੱਕ ਨਦ ਤੇ ਤਰੰਗ ਕੋਟ ਉਪਜਤ ਹੈ, ਪਾਨ ਕੇ ਤਰੰਗ ਸਭੇ ਪਾਨ ਹੀ ਕਹਾਏਂਗੇ। ਨਦੀ ਦੇ ਵਿੱਚੋਂ ਤਰੰਗਾਂ ਉੱਠਦੀਆਂ, ਮਗਰ ਉਹ ਸਾਰੀਆਂ ਤਰੰਗਾਂ ਮੁੜ ਉਹ ਨਦੀ ਦਾ ਹੀ ਰੂਪ ਬਣ ਜਾਂਦੀਆਂ ਹੈ, ਉਹਦੇ ਵਿੱਚੋਂ ਉੱਠਦੀਆਂ। ਸੋ ਕਈ ਸਿੱਖ ਲਹਿਰਾਂ ਉੱਠੀਆਂ ਔਰ ਵਿੱਚ ਫਿਰ ਸਮਾ ਗਈਆਂ। ਸਿੰਘ ਸਭਾ ਲਹਿਰ ਉੱਠੀ, ਉਸਨੇ ਬਹੁਤ ਕੁਝ ਕੀਤਾ, ਬਹੁਤ ਕਾਰਜ ਕੀਤੇ, ਬੜੀ ਜਾਗਰਤੀ ਲਿਆਂਦੀ, ਪਰ ਜਿਵੇਂ ਕਿਹਾ ਕਿ ਪਾਨ ਕੇ ਤਰੰਗ ਸਭੇ ਪਾਨ ਹੀ ਕਹਾਏਂਗੇ, ਉਹ ਫਿਰ ਉਹਦੇ ਵਿੱਚ ਸਮਾ ਗਈ। ਤੈਸੇ ਵਿਸਵ ਰੂਪ ਤੇ ਅਭੂਤ ਭੂਤ ਪ੍ਰਗਟ ਹੋਏ, ਤਾਹੀ ਤੇ ਉਪਜ ਸਭੇ ਤਾਹੀ ਮੈਂ ਸਮਾਏਂਗੇ। ਹੁਣ ਇਸ ਪਿਛੋਕੜ ਦੇ ਵਿੱਚ ਇਹ ਦੇਖਣਾ ਹੈ ਕਿ ਉਹ ਇਹਦੀ ਲੋੜ ਕੀ ਪੈ ਗਈ ਸੀ। ਜਿਹੜਾ ਇਤਿਹਾਸ ਦੀ ਗੱਲ ਕੀਤੀ ਜਾਂਦੀ ਹੈ 1849 ਤੋਂ ਪਹਿਲੇ ਦਾ ਇਤਿਹਾਸ, ਮਹਾਰਾਜਾ ਰਣਜੀਤ ਸਿੰਘ ਦੀ ਵਫਾਤ, ਉਹਨਾਂ ਦੇ ਮੌਤ ਤੋਂ ਬਾਅਦ, ਉਹਨਾਂ ਦੇ ਅੱਖਾਂ ਬੰਦ ਕਰਨ ਦੇ ਨਾਲ ਹੀ ਜੋ ਕਤਲੋ ਗਾਰਤ ਦਾ ਜੋ ਸਿਲਸਿਲਾ ਪੰਜਾਬ ਦੇ ਵਿੱਚ ਸ਼ੁਰੂ ਹੋਇਆ, ਉਹ ਰਹਿੰਦੀ ਦੁਨੀਆ ਤੱਕ ਸ਼ਾਇਦ ਕੋਈ ਐਸੇ ਹਵਾਲੇ ਨਹੀਂ ਮਿਲਣਗੇ ਜਿਹਦੇ ਵਿੱਚ ਕਿ ਸਿੱਖ ਮਹਾਰਾਜੇ ਦੇ ਪਰਿਵਾਰ ਦੇ ਔਰ ਹੋਰ ਸਿੱਖਾਂ ਦਾ ਬੁਰੀ ਤਰ੍ਹਾਂ ਕਤਲੇਆਮ ਕੀਤਾ, ਆਪਣਿਆਂ ਵੱਲੋਂ ਦੂਜਿਆਂ ਵੱਲੋਂ। ਔਰ ਉਹਦੇ ਵਿੱਚ ਸਭ ਤੋਂ ਪ੍ਰਮੁੱਖ ਨਾਮ ਆਉਂਦਾ ਹੈ ਸਰਦਾਰ ਲਹਿਣਾ ਸਿੰਘ ਸੰਧਾਵਾਲੀਆ। ਲਹਿਣਾ ਸਿੰਘ ਸੰਧਾਵਾਲੀਆ ਮਹਾਰਾਜਾ ਰਣਜੀਤ ਸਿੰਘ ਦੇ ਬਹੁਤ ਕਰੀਬੀ ਸਨ, ਬਹੁਤ ਵਫਾਦਾਰ ਸਨ। ਮਹਾਰਾਜਾ ਰਣਜੀਤ ਸਿੰਘ ਨੇ ਉਹਨਾਂ ਨੂੰ ਖਿਤਾਬ ਦਿੱਤਾ ਸੀ, ਸਰਦਾਰ ਨਿਰਮਲ ਬੁੱਧ, ਦਰਸ਼ਨ ਸ਼ੁੱਧ, ਸਰਦਾਰ ਬਾਵਕਾਰ ਸਰਦਾਰ ਲਹਿਣਾ ਸਿੰਘ ਸੰਧਾਵਾਲੀਆ, ਇਹ ਉਹਨਾਂ ਨੂੰ ਟਾਈਟਲ ਦਿੱਤਾ ਸੀ। ਮਗਰ ਉਹ ਲਹਿਣਾ ਸਿੰਘ ਨੇ ਮਹਾਰਾਜੇ ਦੇ ਪਰਿਵਾਰ ਦੇ ਔਰ ਕਈ ਸਿੱਖ ਸਰਦਾਰਾਂ ਨੂੰ ਕਤਲ ਕੀਤਾ। ਇਹ ਨਵੇਂ ਹਾਕਮ ਆ ਰਹੇ ਸੀ, ਉਸ ਦਾ ਇਹ ਜੋ ਰਿਜ਼ਲਟ ਹੁੰਦਾ ਹੈ, ਜੋ ਇਤਿਹਾਸ ਦੁਹਰਾਇਆ ਜਾਂਦਾ ਹੈ, ਹਮੇਸ਼ਾ ਦੁਹਰਾਉਂਦਾ ਹੈ। ਉਹ ਸਰਦਾਰ ਲਹਿਣਾ ਸਿੰਘ ਸੰਧਾਵਾਲੀਆ ਦਾ ਕਿਰਦਾਰ ਵੇਖ ਕੇ ਉਹਦੇ ਬਾਅਦ ਜਿਹੜੀਆਂ ਹੋਰ ਘਟਨਾਵਾਂ ਹੈ ਉਹਨਾਂ ਦਾ ਸੰਖੇਪ ਵਿੱਚ ਜ਼ਿਕਰ ਕਰਾਂਗੇ। ਪਰ ਉਹਨਾਂ ਦਾ ਬੇਟਾ ਠਾਕਰ ਸਿੰਘ ਸੰਧਾਵਾਲੀਆ ਜਦੋਂ ਵੱਡਾ ਹੋਇਆ, ਉਸਨੇ, ਉਹ ਮਹਾਰਾਜਾ ਦਲੀਪ ਸਿੰਘ ਦਾ ਕਲਾਸ ਫੈਲੋ ਸੀ, ਉਸਨੇ ਜਦੋਂ ਆਪਣੇ ਬਾਪ ਦੀਆਂ ਕਰਤੂਤਾਂ ਵੱਲ ਵੇਖਿਆ ਤਾਂ ਉਸਨੇ ਨੌਕਰੀ ਜਿਹੜੀ ਸੀ ਅੰਗਰੇਜ਼ ਹਕੂਮਤ ਦੀ ਐਕਸਟਰਾ ਅਸਿਸਟੈਂਟ ਕਮਿਸ਼ਨਰ ਅੰਮ੍ਰਿਤਸਰ ਦੀ, ਉਹ ਛੱਡ ਦਿੱਤੀ ਔਰ ਉਹ ਫਾਊਂਡਰ ਮੈਂਬਰ ਬਣਿਆ, ਫਾਊਂਡਰ ਪ੍ਰੈਜ਼ੀਡੈਂਟ ਸੀ ਸਿੰਘ ਸਭਾ ਲਹਿਰ ਦਾ। ਦੇਖੋ ਕਿੱਥੋਂ, ਜਿਵੇਂ ਕਲਰ ਦੇ ਵਿੱਚੋਂ ਵੀ ਕੋਈ ਫੁੱਲ, ਕਮਲ ਫੁੱਲ ਉੱਗ ਸਕਦਾ ਹੈ, ਕਿੱਥੇ ਲਹਿਣਾ ਸਿੰਘ ਦਾ ਕਿਰਦਾਰ ਔਰ ਉਸ ਦੇ ਬਾਅਦ ਸਰ ਠਾਕਰ ਸਿੰਘ ਸੰਧਾਵਾਲੀਆ ਦਾ। ਪਰ ਜਿਹੜੀ ਸਭ ਤੋਂ ਵੱਡੀ ਜਿਹੜੀ ਉਹਨਾਂ ਨੂੰ ਚੋਭ ਲੱਗੀ ਉਹ ਇਹ ਸੀ ਕਿ 1849 ਦੇ ਵਿੱਚ ਸਿੱਖ ਰਾਜ ਖਤਮ ਹੁੰਦਾ ਹੈ ਔਰ ਧੋਖੇ ਦੇ ਨਾਲ, ਆਪਣਿਆਂ ਦੀ ਗੱਦਾਰੀ ਦੇ ਨਾਲ ਉਹ ਰਾਜ ਖਤਮ ਹੁੰਦਾ ਹੈ। ਮਾਈਨਰ ਇੱਕ ਨਾਬਾਲਗ ਦਲੀਪ ਸਿੰਘ ਦੇ ਨਾਲ ਸੰਧੀ ਕਰਦੇ ਅੰਗਰੇਜ਼, ਜਿਹੜੇ ਆਪਣੇ ਆਪ ਨੂੰ ਬਹੁਤ ਕਹਿੰਦੇ ਕਿ ਅਸੀਂ ਇਨਸਾਫ ਪਸੰਦ ਆ, ਔਰ ਆਪ ਉਸ ਮਾਈਨਰ ਦੇ ਨਾਲ ਸੰਧੀ ਕਰਕੇ ਆਪ ਉਸ ਨੂੰ ਤੋੜਦੇ ਆ ਔਰ ਫਿਰ ਕਹਿੰਦੇ ਕਿ ਇਹਨੇ ਸੰਧੀ ਤੋੜ ਦਿੱਤੀ, ਉਹ ਰਾਜ ਨੂੰ ਐਨੈਕਸ ਕਰ ਲੈਂਦੇ। ਇਹ ਹੁੰਦਾ ਆਇਆ। ਪਰ ਇਸ ਤੋਂ ਵੱਡੀ ਗੱਲ ਸਾਨੂੰ ਦੇਖਣੀ ਪਏਗੀ 1861, 1849 ਤੋਂ 61 ਦਾ ਮੇਰੇ ਕੋਲ ਡਾਟਾ ਨਹੀਂ ਹੈ, ਪਰ 1861 ਦੀ ਜਿਹੜੀ ਮਰਦਮਸ਼ੁਮਾਰੀ ਹੋਈ, ਉਸ ਵੇਲੇ ਪੰਜਾਬ ਦੇ ਵਿੱਚ ਸਿੱਖਾਂ ਦੀ ਗਿਣਤੀ 1 ਕਰੋੜ ਸੀ, 1 ਕਰੋੜ ਤੋਂ ਵੱਧ ਸੀ।
ਔਰ ਤੁਸੀਂ ਦੇਖੋ ਰਾਜ ਕੀ ਹੁੰਦਾ ਹੈ। 1881 20 ਸਾਲ ਦੇ ਬਾਅਦ ਉਹ ਗਿਣਤੀ 18 ਲੱਖ ਰਹਿ ਗਈ। 1 ਕਰੋੜ ਤੋਂ 18 ਲੱਖ ਰਹਿ ਗਈ। ਇਹ ਬਹੁਤ ਗੰਭੀਰ ਇੱਕ ਸਾਨੂੰ ਆਪਣੇ ਜ਼ਿਹਨ 'ਚ ਰੱਖਣਾ ਚਾਹੀਦਾ ਹੈ। ਜਿਹੜੀ ਗੱਲ ਕਹੀ ਜਾਂਦੀ ਹੈ, ਰਾਜ ਬਿਨਾਂ ਨੇ ਧਰਮ ਚਲੇ ਹੈ, ਪਰ ਨਾਲ ਹੈ ਧਰਮ ਬਿਨਾਂ ਸਭ ਦਲੇ ਮਲੇ ਹੈ। ਸਿਰਫ ਇੱਕ ਦਹਾਕੇ ਦੇ ਵਿੱਚ 1 ਕਰੋੜ ਤੋਂ 18 ਲੱਖ ਹੋ ਗਈ। ਔਰ ਇਸ ਦੇ ਨਾਲ ਹੀ ਉਸ ਤੋਂ ਪਹਿਲੇ ਜਦੋਂ ਅਜੇ ਪੂਰੀ ਤਰ੍ਹਾਂ ਐਨੈਕਸ ਨਹੀਂ ਸੀ ਹੋਇਆ, ਇੱਕ ਈਸਟ ਇੰਡੀਆ ਕੰਪਨੀ ਦੀ ਇੱਕ ਤਾਂ ਕਿ ਕੋਸ਼ਿਸ਼ ਸੀ ਹਰ ਤਰੀਕੇ ਨਾਲ ਸਿੱਖਾਂ ਨੂੰ ਕਿੱਦਾਂ ਜ਼ਲੀਲ ਕਰਨਾ। ਇਹਨਾਂ ਦੀ ਜਿਹੜੀ ਅਸਮਤਾ ਹੈ, ਇਹਨਾਂ ਦੀ ਖੁਦਦਾਰੀ ਹੈ, ਉਹਨੂੰ ਕਿੱਦਾਂ ਕ੍ਰਸ਼ ਕਰਨਾ। ਈਸਟ ਇੰਡੀਆ ਕੰਪਨੀ ਦੀ ਇੱਕ ਕੰਪਨੀ ਬੂਟਾ ਸਣੇ ਦਰਬਾਰ ਸਾਹਿਬ ਦੇ ਵਿੱਚ ਦਾਖਲ ਹੋ ਗਈ ਔਰ ਉਸ ਦੇ ਵਿੱਚ ਉੱਥੇ ਜਿਹੜੇ ਸਿੰਘ ਸੀਗੇ ਉਹਨਾਂ ਨੇ ਕੰਪਨੀ ਕਮਾਂਡਰ ਨੂੰ ਮਾਰ ਦਿੱਤਾ, ਸੂਬੇਦਾਰ ਨੂੰ। ਉਹਦੇ ਬਾਅਦ 3 ਸਿੱਖਾਂ ਨੂੰ, ਗੰਡਾ ਸਿੰਘ ਤੇ 2 ਸਾਥੀ, ਉਹਨਾਂ ਨੂੰ ਲਾਹੌਰ ਦੇ ਵਿੱਚ ਫਾਂਸੀ ਦਿੱਤੀ ਗਈ ਔਰ 6 ਨੂੰ 7 ਸਾਲ ਦੀ ਕੈਦ ਦਿੱਤੀ ਗਈ। ਇਤਨਾ ਹੀ ਨਹੀਂ ਬਲਕਿ ਇਸ ਦੌਰਾਨ 1852 ਦੇ ਵਿੱਚ ਚਰਚ ਬਣਦਾ ਹੈ, ਪ੍ਰੈਸਬਿਟੇਰੀਅਨ ਚਰਚ ਬਣਦਾ ਹੈ ਔਰ ਉਸਨੇ 3 ਸਾਲਾਂ ਦੇ ਵਿੱਚ 27,000 ਕਨਵਰਟ ਕਰ ਲਏ। ਯਾਨੀ ਰਾਜ ਕਿਵੇਂ ਤਬਦੀਲ ਹੋਇਆ ਔਰ ਉਸ ਦਾ ਕੀ ਅਸਰ ਹੋਇਆ। ਬਿਲਕੁਲ ਤੁਸੀਂ ਉਸ ਨੂੰ ਅੱਜ ਦੇ ਪਰਿਪੇਖ ਨਾਲ ਵੇਖੋ ਕਿ ਆਖਰ ਉਹ 1 ਕਰੋੜ ਕਿੱਥੇ ਗਏ। ਉਹ ਜਿਹੜੇ ਸਿੰਘ ਅਖਵਾਉਂਦੇ ਸੀ, ਜਿਹੜੇ ਸਿੱਖ ਸੀਗੇ, ਉਹ ਕਿੱਧਰ ਚਲੇ ਗਏ? ਪਾਤਾਲ ਦੇ ਵਿੱਚ ਅਲੋਪ ਹੋ ਗਏ ਜਾਂ ਆਸਮਾਨ ਨੇ ਉਹਨਾਂ ਨੂੰ ਖਾ ਲਿਆ? ਅਸਲ ਵਿੱਚ ਇਹ ਹੋਇਆ ਕਿ ਉਹ ਜਿਹੜੇ ਸਨ, ਹਾਲਾਤ ਬਦਲੇ। ਉਹਨਾਂ ਦੇ ਵਿੱਚੋਂ ਬਹੁਤ ਜ਼ਿਆਦਾ ਨੇ ਆਪਣੇ ਆਪ ਨੂੰ ਸਹਿਜਧਾਰੀ ਅਖਵਾਉਣਾ ਸ਼ੁਰੂ ਕਰ ਦਿੱਤਾ। ਅਸੀਂ ਹਿੰਦੂ ਵੀ ਹਾਂ, ਸਿੱਖ ਵੀ ਹਾਂ, ਇਹ ਮਿਲਗੋਬਾ ਜਿਹਾ ਬਣਦਾ ਗਿਆ ਔਰ ਉਸ ਦੇ ਨਾਲ ਹੀ 47 ਤੱਕ ਇਹ ਸਿਲਸਿਲਾ ਜਾਰੀ ਰਿਹਾ। ਕਿਉਂ ਰਿਹਾ? ਕਿਉਂਕਿ ਸਰਕਾਰ ਵੱਲੋਂ ਸਹਿਜਧਾਰੀ ਦੇ ਨਾਂ ਥੱਲੇ ਉੱਤੇ ਥਾਂ ਥੱਲੇ ਕੁਝ ਫੈਸਿਲਿਟੀਜ਼ ਮਿਲਦੀਆਂ ਸੀ। ਪਰ ਉਸ ਦੇ ਬਾਅਦ 47 ਤੋਂ ਬਾਅਦ ਕੀ ਹੋਇਆ? ਉਹ ਜਿਹੜੇ ਸਹਿਜਧਾਰੀ ਅਖਵਾਉਂਦੇ ਸੀ ਉਹ ਆਰੀਆ ਸਮਾਜੀ ਬਣ ਗਏ ਔਰ ਐਂਟੀ ਸਿੱਖ ਹੋ ਗਏ। ਬਲਕਿ ਉਹਨਾਂ ਨੇ ਸਿੱਖਾਂ ਨੂੰ ਕਹਿਣਾ ਸ਼ੁਰੂ ਕਰਤਾ ਕਿ ਤੁਸੀਂ ਕੇਸਾਧਾਰੀ ਹਿੰਦੂ ਹੈਗੇ। ਗੱਲ ਬੜੀ ਸਪਸ਼ਟ ਹੈ ਕਿ ਇਹ ਇਤਨੇ ਬੁਰੇ ਹਾਲਾਤ ਦੇ ਵਿੱਚ ਜਿਸ ਵੇਲੇ ਸੀ ਔਰ ਉਹਦੇ ਬਾਅਦ ਜਿਹੜਾ ਪੁਜਾਰੀ ਵਰਗ ਸੀਗਾ ਉਹ ਬਿਲਕੁਲ ਨਹੀਂ ਸੀ ਚਾਹੁੰਦਾ ਕਿ ਜਿਹੜੀਆਂ ਨੀਵੀਆਂ ਜ਼ਾਤਾਂ ਹੈਗੀਆਂ ਉਹਨਾਂ ਨੂੰ ਅਸੀਂ ਆਪਸ ਦੇ ਵਿੱਚ ਇਹਨਾਂ ਨੂੰ ਸ਼ਾਮਲ ਕਰੀਏ। ਤਾਂ ਦਿੱਕਤ ਇਹ ਸੀ ਕਿ ਇੱਕ ਮਜ਼ਹਬ ਨਹੀਂ ਸੀਗਾ, ਖਾਲਸਾ ਇੱਕ ਨਹੀਂ ਸੀਗਾ। ਉਹਦੇ ਵਿੱਚ ਇਹ ਨਹੀਂ ਸੀ ਪਤਾ ਲੱਗਦਾ ਕਿ ਇਹ ਸਿੱਖ ਕਦੋਂ ਹੈ, ਸਿੰਘ ਕਦੋਂ ਹੈ, ਸਹਿਜਧਾਰੀ ਕਦੋਂ ਹੈ, ਆਰੀਆ ਸਮਾਜੀ ਕਦੋਂ ਹੈ, ਦੇਵ ਸਮਾਜੀ ਕਦੋਂ ਹੈ ਜਾਂ ਬ੍ਰਹਮੋ ਸਮਾਜੀ ਕਦੋਂ ਹੈ। ਇੱਕ ਐਸਾ ਮਿਲਗੋਬਾ ਬਣ ਗਿਆ। ਭਾਈ ਸਾਹਿਬ ਸਿੰਘ ਜੀ ਦਾ ਹੁਕਮਨਾਮਾ, ਇੱਕ ਰਹਿਤਨਾਮਾ ਹੈ ਕਿ ਉਸ ਵੇਲੇ 3 ਕਿਸਮ ਦੇ ਸਿੱਖ ਹਨ। ਗੁਰੂ ਸਾਹਿਬ ਨੇ ਕਿਹਾ ਕਿ 3 ਕਿਸਮ ਦੇ ਸਿੱਖ ਹਨ। ਇੱਕ ਸਿੱਖ ਹਨ, ਇੱਕ ਸਹਿਜੀ ਹਨ, ਇੱਕ ਚਰਨ ਪਾਹਲ ਵਾਲੇ ਹਨ ਔਰ ਇੱਕ ਖੰਡੇ ਦੀ ਪਾਹਲ ਵਾਲੇ ਹਨ। ਮਗਰ ਹਜ਼ੂਰ ਨੇ ਹੁਕਮ ਕੀਤਾ ਇਹਨਾਂ ਸਾਰਿਆਂ ਨੂੰ ਛੱਡ ਕੇ ਕੇਸੀ ਹੋ ਕੇ ਬਿਹੰਡ ਰਹੋ। एक मजहब रहना भला, दो में रहे ना कोई, मेरा सिख कहाए के पर मैं पापी सोए। सो इस हालात दे विच जो कुछ उत्थे हो रहा सी, दरबार साहब दे विच मूर्तियां रखियां, कोई थोर ते होर सिखां दे नाम भी नहीं सी। जितनियां उस वेले दे तुसी देखोगे सिख बीबियां दे नाम ही, कोई लक्ष्मी, कोई देवा, कोई पार्वती, कोई सरस्वती, कोई इदां दे नाम सीगे। इतने बुरे हालात दे विच जदों सरदार ठाकर सिंह सद्धावालिया, सरदार ज्ञान सिंह, प्रोफैसर गुरमुख सिंह और होर सारियां ने जदों मिल के जिहड़ी ये लहर शुरू कीती, इसने एक किस्म नाल अग लगा दित्ती। पर इन्हां नूं सब तो ज्यादा मुकाबला करना पिया आर्या समाज दा। बाकी 2 होर सन जिन्हां दे विचों देव समाज, ब्रह्मो समाज ते होर सीगे, पर सब तो ज्यादा तिखा हमला जिहड़ा सी ਉਹ ਆਰੀਆ ਸਮਾਜ ਦਇਆਨੰਦ ਨੇ ਕੀਤਾ। 1870 ਦੇ ਵਿੱਚ ਉਸਨੇ ਆਰੀਆ ਸਮਾਜ ਦੀ ਨੀਂਹ ਰੱਖੀ।
ਅਸੀਂ ਜਦੋਂ ਇਤਿਹਾਸ ਦੀ ਗੱਲ ਕਰਦੇ ਹਾਂ, ਇਤਿਹਾਸ ਬੜਾ ਕਰੂਅਲ ਹੁੰਦਾ ਹੈ। ਸਾਨੂੰ ਗਿਆਨ ਹੋਣਾ ਚਾਹੀਦਾ ਹੈ, ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਾਡੇ ਨਾਲ ਹੁੰਦਾ ਕੀ ਹੈਗਾ। ਦਇਆਨੰਦ ਨੇ ਜਿਹੜੀ ਕਿਤਾਬ ਲਿਖੀ, ਉਹ ਕਿਤਾਬ ਅੱਜ ਵੀ 2-2 ਰੁਪਏ 'ਚ ਵਿਕ ਰਹੀ ਹੈ, ਲੱਖਾਂ ਦੀ ਗਿਣਤੀ 'ਚ ਵਿਕ ਰਹੀ ਹੈ। ਸੈਂਕੜੇ ਐਡੀਸ਼ਨ ਉਹਦੇ ਛਪ ਚੁੱਕੇ ਆ, ਔਰ ਉਸ ਵੇਲੇ ਦੇ ਸਿੱਖਾਂ ਨੇ ਉਹਦਾ ਮੁਕਾਬਲਾ ਕੀਤਾ, ਗਿਆਨੀ ਦਿੱਤ ਸਿੰਘ ਜੀ ਨੇ ਕੀਤਾ, ਬਾਕੀਆਂ ਨੇ ਕੀਤਾ, ਪਰ ਅੱਜ ਅਸੀਂ ਸੌਂ ਗਏ। ਉਹਦੀ ਲਿਖਤ ਅੱਜ ਵੀ ਉਸੇ ਤਰ੍ਹਾਂ ਮੌਜੂਦ ਹੈ। ਮੈਂ ਸਿਰਫ 1-2 ਹਵਾਲੇ ਉਹਦੇ ਚੋਂ ਜ਼ਰੂਰ ਦੇਣਾ ਚਾਹਾਂਗਾ। ਇੱਕ ਹਵਾਲਾ ਹੀ ਕਾਫੀ ਹੋਵੇਗਾ। ਔਰ ਜਦੋਂ ਵੀ ਕਿਸੇ ਨਾਲ ਗੱਲ ਕੀਤੀ ਜਾਂਦੀ ਹੈ, ਕਹਿੰਦੇ ਸਾਨੂੰ ਨਹੀਂ ਪਤਾ। ਹਰ ਥਾਂ ਉਹ ਕਿਤਾਬ ਵਿਕ ਰਹੀ ਹੈ। ਉਸ ਦਇਆਨੰਦ ਦੀ ਸਤਿਆਰਥ ਪ੍ਰਕਾਸ਼ ਜੀ ਲਿਖਿਆ, नानक पंथी, कबीर पंथी, दादू पंथी, सहजानंदी, माधवानंदी ये चिल्ला रहे हैं हमारा मजहब अच्छा है, जैसे भड़ुए और वेश्या के एजेंट चिल्लाते हैं हमारा माल अच्छा है। ते अपने बारे सिर्फ ये कह सकते हैं, जो बात मुनासिब है उसे हासिल नहीं करते, जो अपनी गिरे में है उसे खो भी रहे हैं। बेइल्म भी हम लोग हैं, गफलत भी है तारी, अफसोस की अंधे भी हैं और सो भी रहे। ਇਹ ਦਇਆਨੰਦ ਦੀ ਗੱਲ ਛੱਡ ਦਿਓ, ਜਿਹੜੇ ਆਪਣੇ ਆਪ ਨੂੰ ਨੈਸ਼ਨਲ ਲੀਡਰ ਅਖਵਾਉਂਦੇ ਆ, ਜਿਹੜੇ ਆਪਣੇ ਆਪ ਨੂੰ ਸੈਕੂਲਰ ਅਖਵਾਉਂਦੇ ਆ, ਜਿਹੜੇ ਪੰਜਾਬ ਦੇ ਆਗੂ ਬਣਨਾ ਚਾਹੁੰਦੇ ਆ, ਲਾਲਾ ਲਾਜਪਤ ਰਾਏ ਵਰਗੇ, ਜਿਹੜਾ ਪੰਜਾਬ ਦਾ ਰਹਿਣ ਵਾਲਾ ਹੈ, ਪੰਜਾਬੀ ਹੈ, ਔਰ ਜਦੋਂ ਉਸਨੇ ਵਕਾਲਤ ਸ਼ੁਰੂ ਕੀਤੀ ਹੈ ਤਾਂ ਉਸਦੀ ਦਾੜੀ ਬੰਨ ਕੇ ਰੱਖਦਾ ਸੀ, ਸਿੱਖੀ ਸਰੂਪ ਵਿੱਚ ਸੀਗਾ, ਮਗਰ ਜਦੋਂ ਆਪਣੀ ਕਿਤਾਬ ਲਿਖਦਾ ਉਹਦੇ ਵਿੱਚ ਉਹ ਕਹਿੰਦਾ ਹੈ ਕਿ ਹਿੰਦੂ ਨਾਨਕ ਦੇ ਅੱਗੇ ਬਾਬਰ ਨੂੰ ਝੁਕਣਾ ਪਿਆ। ਇਹ ਉਹਨਾਂ ਦੀ ਸੋਚ ਸੀ ਆਰੀਆ ਸਮਾਜ ਦੀ ਕਿ ਸਾਨੂੰ ਤਾਂ ਕਹਿਣਾ ਹੀ ਕਹਿਣਾ ਸੀ, ਗੁਰੂ ਨਾਨਕ ਦੇਵ ਜੀ ਨੂੰ ਕਹਿ ਰਿਹਾ ਕਿ ਹਿੰਦੂ ਫਕੀਰ ਦੇ ਅੱਗੇ ਉਹਨੂੰ ਝੁਕਣਾ ਪਿਆ। ਔਰ ਫਿਰ ਜਦੋਂ ਨਨਕਾਣਾ ਸਾਹਿਬ ਦਾ ਸਾਕਾ ਹੋਇਆ, ਉਸ ਤੋਂ ਪਹਿਲੇ ਮਹੰਤ ਜਿਹੜਾ ਸੀ ਨਰਾਇਣੂ ਮਹੰਤ ਨੇ ਇਹਦੀ ਮਦਦ ਲਈ ਵਕੀਲ ਦੀ, ਔਰ ਲਾਜਪਤ ਰਾਏ ਨੇ ਇੱਕ ਡੀਡ ਬਣਾਈ ਕਿ ਨਨਕਾਣਾ ਸਾਹਿਬ ਨੂੰ ਹਿੰਦੂ ਟਰਸਟ ਡਿਕਲੇਅਰ ਕੀਤਾ ਜਾਏ। ਇਹ ਜਿਹੜੇ ਆਪਣੇ ਆਪ ਨੂੰ ਨੈਸ਼ਨਲਿਸਟ ਔਰ ਸੈਕੂਲਰ ਰਖਵਾਉਂਦੇ ਆ, ਮਗਰ ਉਸ ਹਾਲਾਤ ਦੇ ਵਿੱਚ ਸਿੰਘ ਸਭਾ ਦੀ ਜਿਹੜੀਆਂ ਪ੍ਰਾਪਤੀਆਂ ਹਨ, ਸਿਰ ਝੁਕਦਾ। ਆਪਣੇ ਆਪ ਨੂੰ ਕਦੀ ਸੋਚੋ ਕਿ ਕਿਤਨੀ ਵੱਡੀ ਗੱਲ ਹੈ। ਹਮਲੇ ਇਤਨੇ ਜ਼ਬਰਦਸਤ ਹੋਏ, 5 ਸਾਲ ਦੇ ਦਲੀਪ ਸਿੰਘ ਨੂੰ ਗੱਦੀ ਤੇ ਬਿਠਾਇਆ, ਰਾਜ ਖੋਇਆ, ਔਰ 1853 ਚ ਉਸ ਨੂੰ ਈਸਾਈ ਬਣਾ ਦਿੱਤਾ ਗਿਆ। ਹੁਣ ਈਸਾਈ ਬਣਾਉਣ ਤੋਂ ਬਾਅਦ ਉਹ ਕਲਕੱਤੇ ਵਿੱਚ ਸੀਗਾ, ਲੇਡੀ ਲੌਗਿੰਸ ਦੀ, ਉਹਨਾਂ ਦੀ ਸਰ ਲੌਗਿੰਸ ਐਂਡ ਲੇਡੀ ਲੌਗਿੰਸ ਦੀ ਦੇਖ ਰੇਖ ਵਿੱਚ ਕਲਕੱਤੇ ਵਿਕਟੋਰੀਆ ਮੈਮੋਰੀਅਲ ਦੇ ਨਾਲ ਇੱਕ ਚਰਚ ਹੈ। 1853 ਚ ਦਲੀਪ ਸਿੰਘ ਨੂੰ ਕ੍ਰਿਸਚੀਅਨ ਬਣਾ ਦਿੱਤਾ ਗਿਆ, ਮਗਰ ਉਸ ਦੇ ਬਾਅਦ 1 ਸਾਲ ਤੱਕ ਉਹਦੇ ਕੇਸ ਨਹੀਂ ਕੱਟੇ ਗਏ। ਜ਼ਰਾ ਇਹ ਬਹੁਤ ਅਹਿਮ ਹੈ, ਬਹੁਤ ਧਿਆਨ ਦੇਣ ਵਾਲੀ ਗੱਲ ਹੈ। 1 ਸਾਲ ਤੱਕ ਉਸੇ ਸਰੂਪ ਵਿੱਚ ਸੀ। ਉਹਦੇ ਬਾਅਦ ਲੇਡੀ ਲੌਗਿੰਸ ਨੇ ਲਿਖਿਆ, ਕਹਿੰਦੇ ਕਿ ਅੱਜ ਉਸ ਚਰਚ ਦੇ ਵਿੱਚ ਦਲੀਪ ਸਿੰਘ ਆਇਆ ਔਰ ਉਸਨੇ ਬਹੁਤ ਸੋਹਣੀ ਰੰਗ ਬਰੰਗੀ ਦਸਤਾਰ ਬੰਨੀ ਹੋਈ ਹੈ, ਬਹੁਤ ਸੁੰਦਰ ਉਹਦੀ ਪੋਸ਼ਾਕ ਹੈ। ਅੱਜ ਉਸਦੇ ਕੇਸ ਕਤਲ ਕਰ ਦਿੱਤੇ ਗਏ। ਯਾਨੀ ਕਿ 1 ਸਾਲ ਬਾਅਦ, ਈਸਾਈ ਬਣਨ ਦੇ 1 ਸਾਲ ਬਾਅਦ ਉਹਦੇ ਕੇਸ ਕਤਲ ਕੀਤੇ ਗਏ। ਔਰ ਕਰਕੇ ਫਿਰ ਲੇਡੀ ਲੌਗਿੰਸ ਨੇ ਇੱਕ ਪੰਕਤੀ ਲਿਖੀ ਹੈ ਕਿ ਅੱਜ ਦਲੀਪ ਸਿੰਘ ਦਾ ਨਾਤਾ ਗੁਰੂ ਨਾਨਕ ਨਾਲੋਂ ਟੁੱਟ ਗਿਆ। ਸੋ ਇਹ ਤਰੀਕਾ ਹੈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਨਾਤਾ ਤੋੜਨ ਦਾ। ਇਹ ਸਾਰੀ, ਉਸ ਦੇ ਬਾਅਦ ਉਹਨੂੰ ਲੈ ਗਏ, ਵਲਾਇਤ ਲੈ ਗਏ, ਔਰ ਉੱਥੇ ਜਾ ਕੇ ਉਹ ਈਸਾਈ ਰੂਪ ਵਿੱਚ ਸੀ। ਸਿੰਘ ਸਭਾ ਲਹਿਰ ਜਦੋਂ ਕਾਇਮ ਕੀਤੀ ਗਈ, ਮੈਂ ਉਸ ਤੇ ਥੋੜਾ ਜਿਹਾ ਬਾਅਦ ਵਿੱਚ ਕਰਾਂਗਾ, ਮਗਰ ਜੋ ਇਹਨਾਂ ਨੇ ਸਿੰਘ ਸਭਾ ਨੇ ਇੱਥੇ ਜੋ ਕਾਰਜ ਕੀਤੇ, ਜਿਹੜੀਆਂ ਉਹਨਾਂ ਨੇ ਪ੍ਰਾਪਤੀਆਂ ਕੀਤੀਆਂ, ਉਹਨਾਂ ਨੇ ਸਿੰਘ ਸਭਾ ਲਹਿਰ ਦੇ ਨਾਲ ਫਿਰ ਉਸ ਤੋਂ ਦੀਵਾਨ ਬਣੇ। ਹਾਲਾਂ 2 ਬਣੀਆਂ, ਅੰਮ੍ਰਿਤਸਰ ਸਿੰਘ ਸਭਾ ਨਾਲ ਬਣੀਆਂ, ਲਾਹੌਰ ਸਭਾ ਬਣੀ, ਪਰ ਨਿਸ਼ਾਨਾ ਇੱਕੋ ਹੀ ਸੀ। ਥੋੜੇ ਬਹੁਤ
डिफरेंसेस या जिवें न्यारे न्यारे देसन के भेस को प्रभाव है, मगर उन्होंने काफी कारज किए। मूर्तियां दरबार साहब चों हटवाइयां, विसाखी ते दिवाली ते अमृतसर ਉਹਨੂੰ ਇਹਨਾਂ ਨੇ ਇਕੱਠ ਸ਼ੁਰੂ ਕੀਤੇ ਜਿਹੜੇ ਫਿਰ ਰਿਵਾਈਵ ਕਰਨ ਦੀ ਲੋੜ ਹੈ। ਫਿਰ ਇਹਨਾਂ ਨੇ ਅਖਬਾਰ ਕੱਢੇ, ਉਹਦੇ ਵਿੱਚ ਖਾਲਸਾ ਅਖਬਾਰ ਮੁੱਖ ਸੀਗਾ, ਔਰ ਉਹ ਅਖਬਾਰ ਕੱਢ ਕੇ ਇਹਨਾਂ ਨੇ ਜਾਗਰਤੀ ਦੀ ਇੱਕ ਵੱਡੀ ਲਹਿਰ ਸ਼ੁਰੂ ਕੀਤੀ, ਜਿਸ ਨੂੰ ਅਕਬਰ ਅਲਾਹਾਬਾਦੀ ਨੇ ਕਿਹਾ ਸੀ, खींचो ना कमानों को ना तलवार निकालो, जब तोप मुकाबल हो तो अखबार निकालो। ये अकबर अलाहाबादी ने कहा, जिहड़ा जज सी अकबर अलाहाबादी, ਉਹਨੂੰ ਕਿਧਰੇ ਮੌਜੂਦਾ ਦੌਰ ਵਿੱਚ ਜਿਵੇਂ ਸ਼ਹਿਰਾਂ ਦੇ ਨਾਂ ਬਦਲੀ ਹੋ ਰਹੇ ਆ, ਅਲਾਹਾਬਾਦੀ ਨੂੰ ਪ੍ਰਯਾਗਰਾਜੀ ਨਾ ਕਹਿ ਦੇਣਾ। ਇਸ ਲਹਿਰ ਨੇ ਭਾਈ ਵੀਰ ਸਿੰਘ ਜੀ, ਭਾਈ ਕਾਹਨ ਸਿੰਘ ਜੀ ਔਰ ਹੋਰ ਸਾਰੀਆਂ ਹਸਤੀਆਂ ਨੂੰ ਇਹਨਾਂ ਨੇ ਪ੍ਰੇਰਣਾ ਦਿੱਤੀ, ਉਹ ਸਰੋਤ ਬਣਿਆ ਤਾਂ ਕਿ ਇਤਨਾ ਲਿਟਰੇਚਰ ਨਿਕਲਿਆ। ਭਾਈ ਵੀਰ ਸਿੰਘ ਜੀ ਨੇ ਜਿਹੜੀ ਇੱਕ ਲਹਿਰ ਸ਼ੁਰੂ ਕਰ ਦਿੱਤੀ ਲਿਟਰੇਚਰ ਦੀ, ਉਹਦੇ ਬਾਅਦ ਸਭ ਤੋਂ ਵੱਡਾ ਕਾਰਜ ਇਸ ਲਹਿਰ ਦੀ ਪ੍ਰੇਰਣਾ ਸਦਕਾ ਹੋਇਆ। ਦਸਮ ਗ੍ਰੰਥ ਸਾਹਿਬ ਦੀ ਜਿਹੜੀ ਸੁਧਾਈ ਕੀਤੀ ਗਈ, ਸੁਧ ਕਮੇਟੀ ਬਣੀ, ਅਕਾਲ ਤਖਤ ਸਾਹਿਬ ਦੇ ਉੱਤੇ 32 ਪੁਰਾਤਨ ਸਰੂਪ ਲਿਆ ਕੇ ਉਹਨਾਂ ਦੀ ਇਕਸਾਰਤਾ ਕਰਕੇ ਫਿਰ ਪੱਥਰ ਦੇ ਛਾਪੇ ਨਾਲ ਉਹਨੂੰ ਛਾਪਿਆ ਗਿਆ। ਮਗਰ ਬਾਅਦ ਵਿੱਚ ਇੱਕ ਗੱਲ ਬੜੀ ਵੱਡੀ ਹੋਈ, ਇਹਦੀਆਂ ਪ੍ਰਾਪਤੀਆਂ ਅਣਗਿਣਤ ਹਨ, ਕੋਈ ਉਸ ਨੂੰ ਮਿਣ ਨਹੀਂ ਸਕਦਾ, ਔਰ ਉਹਨੂੰ ਰਿਵਾਈਵ ਕਰਨ ਦੀ ਲੋੜ ਹੈ, ਉਹਦੇ ਵਿੱਚੋਂ ਹਾਸਲ ਕਰਨ ਦੀ ਲੋੜ ਹੈ। ਪਰ ਇੱਕ ਬੜਾ ਵੱਡਾ ਜਿਹੜਾ ਇੱਕ ਵਿੱਚ ਰੁਕਾਵਟ ਪੈ ਗਈ। ਸਿੰਘ ਸਭਾ ਨੇ ਆਪਣੇ ਉਦੇਸ਼ ਵਿੱਚ ਰਜਿਸਟਰਡ ਜੋ ਕਰਾਇਆ, ਉਹਦੇ ਵਿੱਚ ਲਿਖ ਦਿੱਤਾ ਕਿ ਅਸੀਂ ਸਰਕਾਰ ਦੇ ਬਾਰੇ ਕੋਈ ਗੱਲ ਨਹੀਂ ਕਰਾਂਗੇ, ਕਿਸੇ ਕਿਸਮ ਦੀ ਕੋਈ ਗੱਲ ਨਹੀਂ ਕਰਾਂਗੇ। ਨਾ ਕੇਵਲ ਇਤਨਾ, ਬਲਕਿ ਨਾਲ ਇਹ ਵੀ ਕਹਿ ਦਿੱਤਾ ਕਿ ਸਾਡਾ ਮਕਸਦ ਹੈ ਖੈਰ ਖਾਈ ਕੌਮ, ਫਰਮਾ ਬਰਦਾਰੀ ਸਰਕਾਰੀ। ਹੁਣ ਅੱਜ ਦੇ ਦੌਰ ਵਿੱਚ ਫਰਮਾ ਬਰਦਾਰੀ ਸਰਕਾਰੀ ਤਾਂ ਪੱਕੀ ਹੈ, ਪਰ ਖੈਰ ਖਾਈ ਕੌਮ ਜਿਹੜੀ ਹੈ ਉਹ ਵੀ ਮਿਸਿੰਗ ਹੈ। 1800 ਉਸ ਦੇ ਬਾਅਦ ਮਹਾਰਾਜਾ ਦਲੀਪ ਸਿੰਘ, ਜਦੋਂ ਬਾਅਦ ਵਿੱਚ ਉਹਨਾਂ ਨੇ ਵੇਖਿਆ ਕਿ ਆਪਣਾ ਪਿਛੋਕੜ ਪੜਿਆ, ਉਹਨਾਂ ਨੇ ਮਹਿਸੂਸ ਕੀਤਾ, ਤਾਂ ਉਹਨਾਂ ਨੇ ਖਾਲਸਾ ਜੀ ਨੂੰ ਇੱਕ ਚਿੱਠੀ ਲਿਖੀ। ਇਹ ਸਿੰਘ ਸਭਾ ਦੇ ਇਤਿਹਾਸ ਦਾ ਇੱਕ ਦੂਜਾ ਪੱਖ ਹੈ। ਉਹਨਾਂ ਨੇ ਲਿਖਿਆ, ਖਾਲਸਾ ਜੀ, ਜਦੋਂ ਮੈਂ ਵਿਦੇਸ਼ੀ ਧਰਮ ਅਪਣਾਇਆ, ਮੈਨੂੰ ਆਪਣੇ ਧਰਮ ਬਾਰੇ ਕੋਈ ਗਿਆਨ ਨਹੀਂ ਸੀ। ਕੁਦਰਤੀ ਤੌਰ ਤੇ 5 ਸਾਲ ਦੇ ਨਾਬਾਲਗ ਨੂੰ ਉਹਨਾਂ ਨੇ ਦੇਖ ਰੇਖ ਵਿੱਚ ਰੱਖਿਆ। ਕਹਿੰਦਾ, ਹੁਣ ਮੈਨੂੰ ਪਤਾ ਲੱਗਾ, ਮੈਂ ਤੁਹਾਡਾ ਆਪਣਾ ਲਹੂ ਹਾਂ, ਮੇਰੇ ਤੇ ਰਹਿਮ ਕਰੋ, ਮੈਨੂੰ ਤੁਸੀਂ ਦੁਬਾਰਾ ਮੁੜ ਅੰਮ੍ਰਿਤ ਦੀ ਦਾਤ ਦਿਓ। ਇਹ ਉਹਨੇ ਜੋਦੜੀ ਕੀਤੀ ਸਿੱਖਾਂ ਨੂੰ। ਔਰ ਉਸ ਵੇਲੇ ਜਦੋਂ ਮੀਟਿੰਗਾਂ ਹੋਈਆਂ ਤਾਂ ਉਹ ਸੰਧਾ ਜਿਹੜਾ ਗੁਜਰਾਂਵਾਲਾ, ਜਿੱਥੇ ਮਹਾਰਾਜਾ ਰਣਜੀਤ ਸਿੰਘ ਦਾ ਗੜ੍ਹ ਸੀ, ਉੱਥੋਂ ਸ਼ੁਰੂ ਹੋਈ ਲਹਿਰ, ਉੱਥੋਂ ਦੀ ਸਭਾ ਨੇ ਲਿਖ ਕੇ ਭੇਜਿਆ ਕਿ ਦਲੀਪ ਸਿੰਘ ਨੂੰ ਬੜੀ ਸਖਤ ਤਾੜਨਾ ਕੀਤੀ, ਤੂੰ ਕੀ ਸੋਚ ਰਿਹਾ? ਇਹ ਸਰਕਾਰ ਇਤਨੀ ਅੱਛੀ ਚੱਲ ਰਹੀ ਹੈ, ਤੂੰ ਰਾਜ ਲੈਣ ਦੇ ਸੁਪਨੇ ਦੇਖ ਰਿਹਾ ਹੈ, ਤੂੰ ਪੰਜਾਬ ਵਾਪਸ ਆਣਾ ਚਾਹੁੰਦਾ ਹੈ, ਤੈਨੂੰ ਪੰਜਾਬ ਨਹੀਂ ਵੜਨ ਦਿੱਤਾ ਜਾਏਗਾ। ਸਿੰਘ ਸਭਾ ਲਹਿਰ ਦੇ ਮੋਢੀ ਸਰਦਾਰ ਠਾਕਰ ਸਿੰਘ ਸੰਧਾਵਾਲੀਆ, ਉਹ ਅਦਨ ਗਏ, ਉੱਥੇ ਜਾ ਕੇ ਉਹਨੂੰ ਅੰਮ੍ਰਿਤ ਛਕਾਇਆ ਗਿਆ। ਬੜੀ ਟ੍ਰੈਜਿਕ ਹੈ, ਬੜੀ ਟ੍ਰੈਜਡੀ ਹੈ ਕਿ ਕਿਸ ਤਰੀਕੇ ਦੇ ਨਾਲ ਕਿਵੇਂ ਲਹਿਰਾਂ ਜਿਹੜੀਆਂ ਹਨ, ਮਗਰ ਉਹ ਜਿਹੜੀ ਗੱਲ ਸੀ ਕਿ ਖੈਰ ਖਾਈ ਕੌਮ, ਫਰਮਾ ਬਰਦਾਰੀ ਸਰਕਾਰੀ, ਉਹ ਬਾਅਦ ਵਿੱਚ ਵੀ ਜਾਰੀ ਰਹੀ। ਮਗਰ ਉਸ ਦੇ ਬਾਅਦ ਜਦੋਂ ਮਹੰਤਾਂ ਦੇ ਨਾਲ ਜਦੋਂ ਟਕਰਾਅ ਸ਼ੁਰੂ ਹੋਇਆ ਤਾਂ ਉਹ ਖੈਰ ਖਾਈ ਕੌਮ ਤਾਂ ਰਹੀ, ਪਰ ਕੇਵਲ ਇੱਕ ਰੈਜ਼ੋਲੂਸ਼ਨ ਤੱਕ, ਮਤਿਆਂ ਤੱਕ। ਅਮਲੀ ਤੌਰ ਦੇ ਉੱਤੇ ਕਿਸੇ ਵੀ ਐਜੀਟੇਸ਼ਨਲ ਮੂਡ ਦੇ ਵਿੱਚ ਸਿੰਘ ਸਭਾ ਤਿਆਰ ਨਹੀਂ ਸੀ। ਇੱਥੋਂ ਫਿਰ ਆ ਕੇ ਦੋ ਰੂਪ ਬਣ ਗਏ ਔਰ ਉਹਦੇ ਚੋਂ ਫਿਰ ਅਕਾਲੀ ਲਹਿਰ ਨਿਕਲੀ। ਲਹਿਰਾਂ ਉੱਠਦੀਆਂ ਫਿਰ ਸਮਾ ਜਾਂਦੀਆਂ, ਮਗਰ ਅਕਾਲ ਜਿਹੜੀ ਇਹ ਲਹਿਰ ਸੀ, ਇਹ ਲਹਿਰ ਦਾ ਜਿਹੜੀ ਕੰਟਰੀਬਿਊਸ਼ਨ ਹੈ, ਜੋ ਉਹਨਾਂ ਨੇ ਯੋਗਦਾਨ ਦਿੱਤਾ ਹੈ, ਉਸ ਨੂੰ ਕੋਈ ਸੋਚ ਵੀ ਨਹੀਂ ਸਕਦਾ। ਅੱਜ ਦੇ ਸਮੇਂ ਦੇ ਵਿੱਚ ਉਹ ਹੋ ਵੀ ਨਹੀਂ ਸਕਦਾ। ਮੈਂ ਇੱਕ ਗੱਲ ਹੋਰ ਕਹਿਣੀ ਚਾਹਾਂਗਾ,
1873 ਦੇ ਵਿੱਚ ਬਣੀ ਔਰ ਸਿੰਘ ਸਭਾ ਦਾ ਮੁੱਢ ਸੀ ਨਿਆਰੇਪਨ ਦੀ ਲੜਾਈ। ਖਾਲਸਾ ਨਿਆਰਾ ਹੈ, ਇਹ ਕਿਸੇ ਦਾ ਵਿਰੋਧੀ ਨਹੀਂ ਹੈ, ਪਰ ਇਹਦੀ ਆਪਣੀ ਹਸਤੀ ਹੈ। ਜਿਹੜੀ ਗੱਲ ਗੁਰੂ ਗ੍ਰੰਥ ਸਾਹਿਬ ਨੇ ਕਹਿਤੀ, ਨਾ ਹਮ ਹਿੰਦੂ ਨਾ ਮੁਸਲਮਾਨ, ਅਲੋ ਰਾਮ ਕੇ ਪਿੰਡ ਪ੍ਰਾਨ। ਮਗਰ 1873 ਵਿੱਚ ਜਦੋਂ ਸਿੰਘ ਸਭਾ ਦੀ ਸ਼ਤਾਬਦੀ ਬਣਾਈ ਗਈ, ਸ਼ਤਾਬਦੀ ਕਮੇਟੀ ਬਣਾਈ ਗਈ, ਇਹ ਵੀ ਸਿੰਘ ਸਭਾ ਲਹਿਰ ਤੋਂ ਵੱਧ ਇੱਕ ਟ੍ਰੈਜਿਕ ਅਧਿਆਇ ਹੈ ਸਾਡਾ। ਔਰ ਉਸ ਸਿੰਘ ਸਭਾ ਸ਼ਤਾਬਦੀ ਕਮੇਟੀ ਜਿਹੜੀ ਬਣਾਈ, ਉਸਨੇ ਲਿਟਰੇਚਰ ਬੜਾ ਛਾਪਿਆ, ਪੁਰਾਣਾ ਲਿਟਰੇਚਰ ਵੀ ਛਾਪਿਆ। ਗਿਆਨੀ ਦਿੱਤ ਸਿੰਘ ਜੀ ਦਾ ਸਿੰਘ ਸਭਾ ਪੱਤਰਕਾ ਕੱਢੀ, ਬਹੁਤ ਕੁਝ ਛਾਪਿਆ। ਪਰ ਉਸਦੇ ਪ੍ਰਧਾਨ ਇੱਕ ਐਸੇ ਵਿਅਕਤੀ ਨੂੰ ਥਾਪ ਦਿੱਤਾ ਜਿਨ੍ਹਾਂ ਦਾ ਬਿਆਨ ਹੈ ਪਾਰਲੀਮੈਂਟ ਦੇ ਵਿੱਚ। ਸਿੰਘ ਸਭਾ ਦੇ ਪ੍ਰਧਾਨ, ਸਿੰਘ ਸਭਾ ਕਮੇਟੀ ਦੇ ਪ੍ਰਧਾਨ ਦਾ ਬਿਆਨ ਪਾਰਲੀਮੈਂਟ ਵਿੱਚ ਹੈ ਕਿ ਮੇਰੇ ਭਰਾ ਦਾ ਨਾਮ ਮੱਘਰ ਰਾਮ ਹੈ। ਲੋਕ ਹੈਰਾਨ ਹੋ ਜਾਂਦੇ ਹਨ ਜਦੋਂ ਮੇਰੇ ਕਪੂਰਥਲੇ ਵਾਲੇ ਮਕਾਨ ਵਿੱਚ ਆਉਂਦੇ ਹਨ, ਉੱਥੇ ਪਿਆ ਹੋਇਆ ਹੁੱਕਾ ਦੇਖ ਕੇ ਹੈਰਾਨ ਹੋ ਜਾਂਦੇ ਹਨ। ਮੈਨੂੰ ਪਤਾ ਲੱਗਾ ਹੈ ਕਿ ਸਾਨੂੰ ਹਿੰਦੂ ਲਾਅ ਦੇ ਵਿੱਚ ਹਿੰਦੂ ਸਮਝਿਆ ਜਾਂਦਾ ਹੈ, ਔਰ ਇਹ ਖੁਦ ਬੜੇ ਵੱਡੇ ਵਕੀਲ ਹੈ, ਮੈਂ ਨਾਮ ਹੀ ਦੱਸ ਦਿੰਦਾ, ਕਿ ਸਾਨੂੰ ਹਿੰਦੂ ਤਸਲੀਮ ਕੀਤਾ ਜਾਂਦਾ ਹੈ। ਅਗਰ ਐਡੀ ਵੱਡੀ ਕੌਮ ਸਾਨੂੰ ਆਪਣਾ ਹਿੱਸਾ ਸਮਝਦੀ ਹੈ ਤੇ ਇਹਦੇ 'ਚ ਮਾੜੀ ਗੱਲ ਕਿਹੜੀ ਹੈ? ਇਹ ਸਨ ਸਰਦਾਰ ਬਹਾਦਰ ਸਰਦਾਰ ਹੁਕਮ ਸਿੰਘ, ਇਹਦੇ ਪ੍ਰਧਾਨ ਬਣੇ, ਔਰ ਜਿਹਦਾ ਨਾਰਾ ਸੀ ਹਮ ਹਿੰਦੂ ਨਹੀਂ, ਉਸਦੇ ਪ੍ਰਧਾਨ ਸਰਦਾਰ ਹੁਕਮ ਸਿੰਘ ਬਣਦੇ ਹਨ, ਜਿਨ੍ਹਾਂ ਦਾ ਇਹ ਬਿਆਨ ਹੈ। ਔਰ ਉਹਨਾਂ ਨੇ ਫਿਰ ਸਰਕਾਰੀ ਜਿਹੜੀ ਹੈ ਉਹ ਲੈ ਕੇ ਡਿਪਟੀ ਸਪੀਕਰ, ਸਪੀਕਰ, ਗਵਰਨਰ ਸਾਰਾ ਕੁਝ ਕੀਤਾ, ਔਰ ਉਹਦੇ ਰਿਟਾਇਰ ਹੋ ਕੇ ਫਿਰ ਉਹ ਕੇਂਦਰੀ ਸਿੰਘ ਸਭਾ ਦੇ ਪ੍ਰਧਾਨ ਬਣੇ। ਖੈਰ, ਇਹ ਇਦਾਂ ਸ਼ੁਰੂ ਤੋਂ ਸਾਡੇ ਨਾਲ ਚੱਲਦਾ ਰਿਹਾ। ਅਸੀਂ ਸਿੰਘ ਸਭਾ ਦੀਆਂ ਜਿਹੜੀਆਂ ਪ੍ਰਾਪਤੀਆਂ ਹਨ ਉਹਨੂੰ ਜ਼ਰੂਰ ਦੇਖੀਏ, ਉਹਨਾਂ 'ਚੋਂ ਸਬਕ ਲਈਏ। ਜਿਵੇਂ ਮੌਲਾਨਾ ਰੂਮੀ ਨੇ ਕਿਹਾ, ਕਹਿੰਦਾ ਕਿ ਜੋ ਕੁਰਾਨ ਦੇ ਵਿੱਚੋਂ ਗੋਸ਼ਤ ਮੈਂ ਲੈ ਲਿਆ, ਹੱਡੀਆਂ ਮੈਂ ਕੁੱਤਿਆਂ ਵਾਸਤੇ ਸੁੱਟ ਦਿੱਤੀਆਂ। ਹਰ ਲਹਿਰ ਦੇ ਵਿੱਚ ਹੋਏਗਾ, ਹਰ ਲਹਿਰ ਦੇ ਦੋ ਪੱਖ ਹੋਣਗੇ। ਉਹ ਜਿਹੜਾ ਚਾਨਣਾ ਪੱਖ ਹੈ ਉਸ ਨੂੰ ਜ਼ਰੂਰ ਲਈਏ। ਪਰ ਜਿਹੜੀ ਸਭ ਤੋਂ ਵੱਡੀ ਪ੍ਰਾਪਤੀ ਸੀ, ਹੁਣ ਦਾ ਦੌਰ ਇੱਕ ਮਿਸ ਇਨਫੋਰਮੇਸ਼ਨ ਦਾ ਦੌਰ ਹੈ, ਧੋਖੇ ਦਾ ਦੌਰ ਹੈ, ਕਿਉਂਕਿ ਮੀਡੀਆ ਇੰਨਾ। ਉਸ ਵੇਲੇ ਦੀ ਸਭ ਤੋਂ ਵੱਡੀ ਪ੍ਰਾਪਤੀ ਸੀ, ਕਿਉਂਕਿ ਸਿੱਖ ਆਨੰਦ ਕਾਰਜ ਨੂੰ ਮਾਨਤਾ ਨਹੀਂ ਸੀ, ਬਲਕਿ ਅਦਾਲਤਾਂ ਵਿੱਚ ਇੱਥੇ ਤੱਕ ਕੇਸ ਚੱਲੇ ਕਿ ਇਸ ਮਹਾਰਾਜੇ ਦਾ, ਇਸ ਰਾਜੇ ਦਾ, ਇਸ ਵੱਡੇ ਬੰਦੇ ਦਾ ਆਨੰਦ ਕਾਰਜ ਹੋਇਆ, ਜਿਹੜਾ ਵਿਆਹ ਵੈਲਿਡ ਨਹੀਂ ਹੈ, ਇਸ ਕਰਕੇ ਇਹ ਵਿਆਹ ਇਲੀਗਲ ਹੈ ਔਰ ਇਹਦੀ ਔਲਾਦ ਨਾਜਾਇਜ਼ ਹੈ, ਇਲੈਜੀਟੀਮੇਟ ਹੈ, ਔਰ ਉਹ ਆਪਣੇ ਵਿਰਾਸਤ ਦੇ ਆਪਣਾ ਵਾਰਿਸ ਨਹੀਂ ਬਣ ਸਕਦਾ, ਉਹ ਜਾਇਦਾਦ ਦਾ ਹੱਕਦਾਰ ਨਹੀਂ ਹੈ। ਯਾਨੀ ਕਿਤਨੀ ਕਠਿਨ ਪ੍ਰੀਖਿਆ ਸੀ ਉਸ ਵੇਲੇ ਸਿੱਖਾਂ ਲਈ, ਆਨੰਦ ਕਾਰਜ ਤੱਕ ਕਰਾਉਣਾ ਵੀ ਮੁਸ਼ਕਲ ਸੀ, ਜਿਹਦਾ ਨਤੀਜਾ ਸੀ ਕਿ ਬਹੁਤਿਆਂ ਦੇ ਵਿਆਹ ਜਿਹੜੇ ਹੈ ਵੇਦੀ ਦੇ ਦੁਆਲੇ ਹੁੰਦੇ। ਉਸ ਵੇਲੇ ਮਜੀਠੀਆ, ਸਰਦਾਰ ਸੁੰਦਰ ਸਿੰਘ ਮਜੀਠੀਆ, ਭਾਈ ਕਾਹਨ ਸਿੰਘ ਔਰ ਮਹਾਰਾਜਾ ਰਿਪੁਦਮਨ ਸਿੰਘ, ਇਹਨਾਂ ਸਾਰਿਆਂ ਨੇ ਮਿਲ ਕੇ ਜਿਹੜਾ ਇੱਕ ਕਾਨੂੰਨ ਬਣਵਾਇਆ, ਉਹ ਵੈਲੀਡੇਸ਼ਨ ਐਕਟ ਸੀ, ਜਿਹਨੂੰ ਆਨੰਦ ਮੈਰਿਜ ਐਕਟ, ਵੈਲੀਡੇਸ਼ਨ ਐਕਟ ਕਿਹਾ ਗਿਆ। ਔਰ ਉਹ ਆਨੰਦ ਮੈਰਿਜ ਐਕਟ 1909 ਦੇ ਵਿੱਚ ਬਣਿਆ। ਉਹਦਾ ਸਿਰਫ ਇੰਨਾ ਸੀ ਕਿ ਆਨੰਦ ਕਾਰਜ ਦੀ ਰੀਤੀ ਨਾਲ ਹੋਏ ਵਿਆਹ ਨੂੰ ਜਾਇਜ਼ ਸਮਝਿਆ ਜਾਏਗਾ। ਇਹ ਕੋਈ ਛੋਟੀ ਪ੍ਰਾਪਤੀ ਨਹੀਂ ਸੀ। ਪਰ 1909 ਤੋਂ ਲੈ ਕੇ ਅੱਜ ਤੱਕ 2022 ਤੱਕ ਸਿੱਖਾਂ ਦੀ ਮੰਗ ਹੈ ਕਿ ਆਨੰਦ ਮੈਰਿਜ ਐਕਟ ਮੁਕੰਮਲ ਬਣਾਇਆ ਜਾਏ, ਸਾਨੂੰ ਹਿੰਦੂ ਮੈਰਿਜ ਐਕਟ ਦੇ ਵਿੱਚੋਂ ਬਾਹਰ ਕੱਢਿਆ ਜਾਏ। ਪਹਿਲਾਂ ਖੁਰਸ਼ੀਦ ਜਦੋਂ ਲਾਅ ਮਿਨਿਸਟਰ ਸੀ, ਉਹਨੇ ਨਾ ਕਰ ਦਿੱਤੀ। ਬਾਅਦ ਵਿੱਚ ਸਿੱਖ ਕੌਮ ਨਾਲ ਕਿੰਨਾ ਵੱਡਾ ਧੋਖਾ ਕੀਤਾ ਗਿਆ ਸਾਡੇ ਆਗੂਆਂ ਵੱਲੋਂ, ਕਹਿ ਦਿੱਤਾ ਗਿਆ ਜੀ ਆਨੰਦ ਮੈਰਿਜ ਐਕਟ ਪਾਸ ਹੋ ਗਿਆ। ਆਨੰਦ ਮੈਰਿਜ ਐਕਟ ਨਹੀਂ ਪਾਸ ਹੋਇਆ। ਇਹ ਕਿਉਂ ਝੂਠ ਫੈਲਾਇਆ ਜਾਂਦਾ? ਔਰ ਸਾਡੇ ਵੱਡੇ ਮੀਡੀਆ ਦੇ ਰਾਹੀਂ ਉਹ ਆਨੰਦ ਮੈਰਿਜ ਵੈਲੀਡੇਸ਼ਨ ਹੈ, ਰਜਿਸਟ੍ਰੇਸ਼ਨ ਹੈ। ਸਿਰਫ ਇਹ ਕੀਤਾ ਗਿਆ ਕਿ ਜਿਹੜੀ ਆਨੰਦ ਕਾਰਜ ਹੋਏਗਾ
ਉਹਦਾ ਰਜਿਸਟ੍ਰੇਸ਼ਨ ਦਾ ਸਰਟੀਫਿਕੇਟ ਜਿਹੜਾ ਹੈ ਉਹਦੇ ਉੱਤੇ ਆਨੰਦ ਮੈਰਿਜ ਲਿਖਿਆ ਜਾਏਗਾ। ਕਿੰਨਾ ਵੱਡਾ ਧੋਖਾ ਦਿੱਤਾ ਜਾਂਦਾ ਹੈ, ਔਰ ਉਹ ਵੀ ਦਿੱਤਾ ਗਿਆ। ਹਰ ਸਟੇਟ ਨੂੰ ਅਧਿਕਾਰ ਹੈ, ਉਹ ਸਟੇਟ ਉਹਦੇ ਰੂਲ ਬਣਾ ਸਕਦੀ ਹੈ। ਬੜੀਆਂ ਸਟੇਟਾਂ ਦੇ ਵਿੱਚ ਹੁਣ ਵੀ ਹੈਗਾ ਜਿੱਥੇ ਉਹ ਨਹੀਂ ਸਰਟੀਫਿਕੇਟ ਮਿਲਦਾ। ਸੋ ਸਰਟੀਫਿਕੇਟ ਦੀ ਅਸੀਂ ਸਾਡੀ ਮੰਗ ਪੂਰੀ ਨਹੀਂ ਹੋਈ। ਆਨੰਦ ਮੈਰਿਜ ਐਕਟ ਕਦੋਂ ਹੋਏਗਾ? ਲੋੜ ਹੈ। ਇੱਕ ਗੱਲ ਮੈਂ ਅਖੀਰ ਕਹਿਣੀ ਚਾਹੁੰਦਾ, ਬਹੁਤ ਜ਼ਰੂਰੀ ਹੈ ਕਿ ਲੜਾਈ ਜਿਹੜੀ ਸੀ ਸਿੰਘ ਸਭਾ ਨੂੰ, ਇਹ ਸੀ ਕਿ ਸਿੱਖਾਂ ਦੇ ਨਿਆਰੇਪਨ ਨੂੰ ਕਿੱਦਾਂ ਕਾਇਮ ਕੀਤਾ ਜਾਏ। ਹਿੰਦੂ ਇਤਿਹਾਸ ਕੋਸ਼ ਹੈ ਜੌਨ ਡਾਸਨ ਦਾ, ਉਹਨੇ ਸਾਰਾ ਹਵਾਲਾ ਦਿੱਤਾ ਹੈ ਕਿ ਮਹਾਤਮਾ ਬੁੱਧ, ਉਹਨੇ 3-4 ਗੱਲਾਂ ਕਹੀਆਂ। ਉਹਨੇ ਗੱਲ ਕਹੀ ਕਿ ਮੂਰਤੀ ਪੂਜਾ ਨਾ ਕਰੋ, ਵੇਦਾਂ ਨੂੰ ਨਾ ਮੰਨੋ, ਸੰਸਕ੍ਰਿਤ ਦੀ ਸਰਵਉੱਚਤਾ ਨੂੰ ਨਾ ਮੰਨੋ, ਬ੍ਰਾਹਮਣ ਨੂੰ ਨਾ ਮੰਨੋ। ਇਹ ਮਹਾਤਮਾ ਬੁੱਧ ਨੇ ਕੀਤਾ। ਉਸ ਦਾ ਮੁਕਾਬਲਾ ਕਰਨਾ ਇਤਨਾ ਮੁਸ਼ਕਿਲ ਹੋ ਗਿਆ। ਮੈਂ ਇਸ ਕਰਕੇ ਕਹਿ ਰਿਹਾ ਇਹ ਅੱਜ ਦੇ ਸਮੇਂ ਵਿੱਚ ਰੈਲੇਵੈਂਟ ਹੈ। ਬਿਲਕੁਲ ਜਿਹੜਾ ਤਰੀਕਾ ਮਹਾਤਮਾ ਬੁੱਧ ਨਾਲ ਹੋਇਆ, ਅੱਜ ਦੀ ਤਾਰੀਖ ਵਿੱਚ ਸਾਡੇ ਨਾਲ ਵਰਤਿਆ ਜਾ ਰਿਹਾ ਹੈ। ਮਹਾਤਮਾ ਬੁੱਧ ਨੂੰ ਇੱਥੇ ਮੈਂ ਸਪਸ਼ਟ ਕਰ ਦਿਆਂ, ਦੂਜੇ ਦੇ ਧਰਮ ਦੀ ਖਾਤਰ ਗੁਰੂ ਸਾਹਿਬ ਨੇ ਸਿਖਾਇਆ। ਉਹਨਾਂ ਨੇ ਤਾਂ ਆਪਣਾ ਸਰਬੰਸ ਵਾਰ ਦਿੱਤਾ। ਤਿਲਕ ਜੰਜੂ ਦੀ ਖਾਤਰ ਉਹਨੇ ਸਭ ਕੁਝ ਆਪਣਾ ਵਾਰਿਆ, ਪਰ ਆਪਣੀ ਹੋਂਦ ਦੇ ਉੱਤੇ ਸਮਝੌਤਾ ਨਹੀਂ ਕੀਤਾ। ਤੁਸੀਂ ਹੁਣੇ ਸ਼ਬਦ ਵੀ ਪੜਿਆ, ਔਰ ਸਿੱਖ ਹੋ ਆਪਣੇ ਹੀ ਮਨ ਕੋ, ਇਹ ਲਾਲਚ ਹੈ ਗੁਣ ਤੋਂ ਉਤਰੋ। ਸੋ ਮਹਾਤਮਾ ਬੁੱਧ ਨੇ ਜਦੋਂ ਕਿਹਾ ਕਿ ਵੇਦਾਂ ਨੂੰ ਨਾ ਮੰਨੋ, ਬ੍ਰਾਹਮਣ ਨੂੰ ਨਾ ਮੰਨੋ, ਸੰਸਕ੍ਰਿਤ ਦੀ ਸਰਵਉੱਚਤਾ ਨਾ ਮੰਨੋ, ਇਸ ਰੱਬ ਦੀ ਹੋਂਦ ਦੀ ਬਾਰੇ ਬਹਿਸ ਨਾ ਕਰੋ, ਜਦੋਂ ਇਹ ਸਾਰੀਆਂ ਗੱਲਾਂ ਕੀਤੀਆਂ, ਉਹਦਾ ਮੁਕਾਬਲਾ ਇਤਨਾ ਕਠਿਨ ਹੋ ਗਿਆ। ਜੌਨ ਡਾਸਨ ਲਿਖਦਾ ਹੈ, ਇਹ ਕਿਤਾਬ ਭਾਸ਼ਾ ਵਿਭਾਗ ਨੇ ਵੀ ਛਾਪੀ ਹੈ, ਹਰ ਜ਼ਬਾਨ ਵਿੱਚ ਇਹਦਾ ਤਰਜਮਾ ਹੈ। ਉਹਨੇ ਇਹ ਕੀਤਾ ਬ੍ਰਾਹਮਣਾਂ ਨੇ ਕਿ ਵੱਡੀ ਗਿਣਤੀ ਵਿੱਚ ਮਹਾਤਮਾ ਬੁੱਧ ਦੀਆਂ ਮੂਰਤੀਆਂ ਬਣਾਈਆਂ। ਮਹਾਤਮਾ ਬੁੱਧ ਕਹਿੰਦਾ ਸੀ ਮੂਰਤੀ ਪੂਜਾ ਨਾ ਕਰੋ। ਉਹਨਾਂ ਨੇ ਲੱਖਾਂ ਦੀ ਗਿਣਤੀ 'ਚ ਮਹਾਤਮਾ ਬੁੱਧ ਦੀਆਂ ਮੂਰਤੀਆਂ ਬਣਾਈਆਂ, ਜਗ੍ਹਾ ਜਗ੍ਹਾ ਸਥਾਪਿਤ ਕੀਤੀਆਂ, ਔਰ ਕਹਿਤਾ ਇਹ ਭਗਵਾਨ ਬੁੱਧ ਦੀ ਮੂਰਤੀ ਹੈ। ਔਰ ਨਾਲ ਉਸ ਨੂੰ ਵਿਸ਼ਨੂੰ ਦਾ 9ਵਾਂ ਅਵਤਾਰ ਡਿਕਲੇਅਰ ਕਰ ਦਿੱਤਾ। ਜਦੋਂ ਕਿਸੇ ਆਮ ਜਨਤਾ ਨੇ ਉਸ ਅੱਗੇ ਮੱਥੇ ਟੇਕਣੇ ਸ਼ੁਰੂ ਕਰਤੇ, ਭਗਵਾਨ ਬੁੱਧ ਦੀ ਮੂਰਤੀ ਹੈ, ਮੱਥੇ ਟੇਕਣੇ ਸ਼ੁਰੂ ਕਰਤੇ ਕਿ ਉਹਨੂੰ ਭਗਵਾਨ ਹੈ। ਔਰ ਜੇ ਕਿਸੇ ਸਿਆਣੇ ਨੇ ਪੁੱਛ ਲਿਆ ਕਿ ਭਾਈ ਉਹ ਤਾਂ ਰੱਬ ਨੂੰ ਨਹੀਂ ਸੀ ਮੰਨਦਾ, ਉਹ ਤਾਂ ਵੇਦਾਂ ਨੂੰ ਨਹੀਂ ਸੀ ਮੰਨਦਾ, ਉਹ ਤਾਂ ਮੂਰਤੀ ਨੂੰ ਨਹੀਂ ਸੀ ਮੰਨਦਾ, ਤੁਸੀਂ ਉਹਨੂੰ ਭਗਵਾਨ ਬੁੱਧ ਕਿੱਦਾਂ ਕਹਿ ਰਹੇ ਹੋ? ਕਮਾਲ ਦੀ ਜਿਹੜੀ ਐਕਸਪਲੇਨੇਸ਼ਨ ਦਿੱਤੀ ਗਈ ਹੈ, ਮਹਾਮਾਇਆ ਪੁਰਾਣ ਲਿਖਿਆ ਗਿਆ, ਉਹਦੇ 'ਚ ਲਿਖਿਆ ਗਿਆ ਕਿ ਮਹਾਤਮਾ ਬੁੱਧ, ਵਿਸ਼ਨੂੰ ਅਸਲ ਵਿੱਚ ਮਹਾਤਮਾ ਬੁੱਧ ਦੇ ਰੂਪ ਵਿੱਚ ਪ੍ਰਗਟ ਹੋਏ ਹੈ ਤਾਂ ਕਿ ਦੁਸ਼ਟ ਔਰ ਭੈੜੇ ਵਿਅਕਤੀਆਂ ਤੋਂ ਵੇਦਾਂ ਦੀ ਨਿੰਦਾ ਕਰਵਾਏ, ਬ੍ਰਾਹਮਣ ਦੇ ਖਿਲਾਫ ਬੁਲਵਾਏ, ਮੂਰਤੀ ਪੂਜਾ ਦੇ ਖਿਲਾਫ ਬੁਲਵਾਏ। ਯਾਨੀ ਕਿ ਮਹਾਤਮਾ ਬੁੱਧ ਵਿਸ਼ਨੂੰ ਦਾ ਅਵਤਾਰ ਹੈ, ਪਰ ਬੁੱਧ ਨੂੰ ਮੰਨਣ ਵਾਲੇ ਬੋਧੀ ਦੁਸ਼ਟ ਹੈ। ਕੀ ਐਸਾ ਨਹੀਂ ਕਿਹਾ ਜਾ ਰਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਲਿਖਤੀ ਤੌਰ ਵਿੱਚ ਕਿ ਪਰਸ਼ੁਰਾਮ ਦੇ ਅਵਤਾਰ ਹੈ? ਸਿੱਖ ਜਿਹੜੇ ਹੈ ਇਹ ਭੈੜੇ, ਇਹ ਉਗਰਵਾਦੀ ਹੈ, ਇਹ ਟੈਰਰਿਸਟ है, ये वक्खवादी है। गुरु गोबिंद सिंह जी अच्छे है, वो तो देवी पूजते हैं। उन्होंने दयानंद ने यही किताब लिखी कि भगवती जिहड़ी देवी दे पूजा करते हैं, ਉਹਦਾ जवाब सिंह सभा ने दिता, अकाली कौर सिंह जी ने दिता, ज्ञानी दित सिंह जी ने दिता, भाई कान सिंह जी ने दिता, मास्टर तारा सिंह जी ने दिता। मगर अज साडे विचों फिर खड़े होके ਉਹੀ बोली बोल रहे हैं कि भगवती देवी है। तो कहने का मतलब हमले बहुत गंभीर है। सिंह सभा लहर दी उस गाथा नूं मैं बहुत दिलों शुक्रगुजार हाँ कि तुसी इस कठिन समय दे उत्ते इस कठिन विषय नूं चुनिया। वैसे पढ़िया नहीं जाता, इस करके मैं सारा छड्ड गया। महाराजा रणजीत सिंह तो बाद दा जिन्ना चैप्टर है सिंह सभा बनन तक बहुत दर्दनाक है, बहुत दर्दनाक कहानी है, पढ़ी नहीं जाती, सुनी नहीं जाती। पर तुसी जेड़े पढ़ सकते हो जरूर पढ़ो। पढ़न नालों ज्यादा है कि अपने न्यारेपन नूं कायम रखना है। किसे सिंह सभा दा उद्देश पत्र विच लिखिया सी कि किसे दूजे मजहब के खिलाफ
ਨਾ ਅਸੀਂ ਬੋਲਾਂਗੇ, ਨਾ ਅਸੀਂ ਲਿਖਾਂਗੇ, ਨਾ ਅਸੀਂ ਸੁਣਾਂਗੇ। ਇਹ ਹੈ ਸਿੰਘ ਸਭਾ ਦਾ ਅਸੂਲ। ਇਹਦੇ ਉੱਤੇ ਸਾਨੂੰ ਤੁਰਨ ਦੀ ਲੋੜ ਹੈ, ਪਰ ਇਸ ਦੇ ਨਾਲ ਇਹ ਵੀ ਹੈ, ਆਪਣੇ ਧਰਮ ਬਾਰੇ ਵੀ ਨਾ ਅਸੀਂ ਸੁਣਾਂਗੇ, ਨਾ ਅਸੀਂ ਬੋਲਾਂਗੇ, ਤੇ ਨਾ ਹੀ ਅਸੀਂ ਲਿਖਾਂਗੇ। ਇਹਦੀ ਜ਼ਿਆਦਾ ਲੋੜ ਹੈ। ਸੋ ਮੈਂ ਸਮਾਂ ਮੈਨੂੰ ਨਹੀਂ ਪਤਾ, ਘੜੀ ਮੇਰੇ ਕੋਲ ਹੈ ਨਹੀਂ, ਪਰ ਖੈਰ ਮੈਂ ਆਪਣੀ ਤਰਫੋਂ ਕੋਸ਼ਿਸ਼ ਕੀਤੀ ਹੈ। ਥੋੜੇ ਜਿਹੇ ਬੜੇ ਜੋ ਮੈਨੂੰ ਮਹਿਸੂਸ ਹੁੰਦਾ, ਇਹ ਅੰਦਰ ਦੀ ਪੀੜਾ ਹੈ। ਤੁਸੀਂ ਇਸ ਨੂੰ ਲੈ ਕੇ ਅੱਗੇ ਵਧੋ, ਔਰ ਇਸ ਨੂੰ ਜ਼ਰੂਰ ਤੁਸੀਂ ਹਾਸਿਲ ਕਰੋ ਕਿ ਕੀ ਅਸੀਂ ਇਹਦੇ ਚੋਂ ਲੈ ਸਕਦੇ ਹਾਂ। ਔਰ ਜਿਹੜੀਆਂ ਗਲਤੀਆਂ ਰਹੀਆਂ, ਜੋ ਉਹਦੇ ਵਿੱਚੋਂ ਗਦਾਰੀਆਂ ਵੀ ਹੋਈਆਂ, ਉਹਨੂੰ ਵੀ ਗੰਭੀਰਤਾ ਨਾਲ ਲੈ ਕੇ ਇਹ ਅਹਿਦ ਕਰਨਾ ਹੈ ਕਿ ਅਸੀਂ ਮੁੜ ਕਿਧਰੇ ਉਹਨਾਂ ਦੇ ਫਿਰ ਅਸੀਂ ਉਸਦੇ ਨਾ ਬਣ ਜਾਈਏ, ਫਿਰ ਅਸੀਂ ਉਹ ਕਿਧਰੇ ਨਾ ਦੁਹਰਾ ਦਈਏ। ਇਹਨਾਂ ਲਫ਼ਜ਼ਾਂ ਦੇ ਨਾਲ ਇੱਕ ਵਾਰ ਸਾਰਿਆਂ ਦਾ, ਸਰੋਤਿਆਂ ਦਾ, ਦਰਸ਼ਕਾਂ ਦਾ, ਸਟਾਫ ਦਾ, ਤੇ ਖਾਸ ਕਰਕੇ ਮਨਦੀਪ ਜੀ ਦਾ ਤੇ ਔਰ ਡਾਕਟਰ ਸਾਹਿਬ ਦਾ ਜਿਹੜਾ ਮੈਨੂੰ ਮੌਕਾ ਦਿੱਤਾ ਫਿਰ ਤੁਹਾਡੇ ਨਾਲ ਜੁੜਨ ਦਾ, ਤੇ ਬਾਕੀ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। शुक्रिया सर।